ਅੱਜ ਦੇ ਪਾਵਨ ਸ਼ਬਦ ਅੰਦਰ ਜੋ ਬਾਬਾ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ ਪਹਿਲਾਂ ਅਸੀਂ ਹਰੇਕ ਵਾਰ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਉਹਦੇ ਅੱਖਰੀ ਅਰਥ ਤੇ ਫਿਰ ਉਹਦੀ ਵਿਆਖਿਆ ਨਾਲ ਆਪਾਂ ਜੁੜਦੇ ਹਾਂ। ਪਹਿਲਾਂ ਅੱਖਰੀ ਅਰਥ ਦੇਖੀਏ। ਬਾਬਾ ਫਰੀਦ ਸਾਹਿਬ ਕਿਰਪਾ ਕਰ ਰਹੇ ਨੇ। ਫਰੀਦਾ ਤੋਂ ਭਾਵ ਹੋ ਗਿਆ ਬਾਬਾ ਫਰੀਦ ਸਾਹਿਬ ਜੀ। ਫਰੀਦਾ ਜੰਗਲ, ਜੰਗਲ ਕਿਆ ਭਾਵੇਂ ਹੈ। ਜੰਗਲ, ਜੰਗਲ ਦਾ ਮਤਲਬ ਹੋ ਗਿਆ ਵੀ ਕਈ ਜੰਗਲਾਂ 'ਚ, ਕਿੰਨਿਆਂ ਜੰਗਲਾਂ ਵਿੱਚ ਬੰਦਾ ਜਾਂਦਾ ਹੈ ਜਿੱਥੇ ਬਹੁਤ ਸੰਘਣੇ ਦਰਖਤ ਨੇ। ਜੰਗਲ ਦਾ ਤੇ ਬਾਗ ਦਾ ਫਰਕ ਹੁੰਦਾ ਥੋੜ੍ਹਾ ਜਿਹਾ, ਹੈ ਉਹਦੇ 'ਚ ਵੀ ਦਰਖਤ ਹੀ ਹੈ ਉਹਦੇ ਵਿੱਚ ਹੀ ਰੁੱਖ ਹੀ ਹੈ, ਪਰ ਉਹ ਕਿਸੇ ਤਰਤੀਬ ਵਿੱਚ ਹੈ। ਕਦੀ ਬਾਗ ਵਾਸਤੇ ਨਹੀਂ ਬਣਨੀ ਚਾਹੇਗਾ ਵੀ ਬਾਗ 'ਚ ਬੰਦਾ ਘੁੰਮਦਾ ਫਿਰਦਾ ਹੈ। ਬਾਗ ਕਿਸੇ ਤਰਤੀਬ ਦੇ ਵਿੱਚ ਹੈ। ਉਹਦਾ ਮਹਾਰਾਜ ਨੇ ਜ਼ਿਕਰ ਕੀਤਾ। ਖੈਰ ਅੱਜ ਦਾ ਉਹ ਪ੍ਰਕਰਨ ਨਹੀਂ ਹੈ, ਸਿਰਫ ਅੱਜ ਦਾ ਹੈ ਕਿ ਜੰਗਲ ਦੀ ਗੱਲ ਕਰ ਰਹੇ ਆ, ਕਿਉਂਕਿ ਜੰਗਲ ਜਿਹੜਾ ਹੁੰਦਾ ਨਾ, ਉਹਦੇ ਵਿੱਚ ਦਰਖਤ ਇੰਨੇ ਸੰਘਣੇ ਹੁੰਦੇ, ਇੱਕ ਵਾਰਾ ਬੰਦਾ ਉਹਦੇ 'ਚ ਭੁੱਲ ਜਾਏ ਤੇ ਮੁੜ ਕੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਜੰਗਲ, ਜੰਗਲ ਵਿੱਚ ਕੀ ਭੌਂਦਾ ਫਿਰਦਾ ਹੈ, ਕੀ ਗੇੜੇ ਮਾਰਦਾ ਫਿਰਦਾ ਹੈ। ਹਰੇਕ ਜੰਗਲਾਂ ਦੇ ਵਿੱਚ ਜਾ ਕੇ ਕੀ ਗੇੜੇ ਕੀ ਮਾਰਦਾ, ਭੌਂਦਾ ਕੀ ਪਿਆ ਉਧਰ। ਫਰੀਦਾ ਜੰਗਲ, ਜੰਗਲ ਕਿਆ ਭਾਵੇਂ ਹੈ, ਵਣ ਕੰਡਾ ਮੋੜ ਹੈ। ਉੱਥੇ ਜਾ ਕੇ ਤੂੰ ਕੀ ਕਰਦਾ ਹੈ, ਜਿਹੜੇ ਬੂਟੇ ਹੈ ਉਹਨਾਂ ਨੂੰ ਮਿੱਧਦਾ ਹੈ, ਕੰਡਿਆਂ ਨੂੰ ਮਿੱਧਦਾ ਹੈ ਤੂੰ। ਉਹ ਵਣ ਕੰਡਾ ਜਿਹੜਾ ਉੱਥੇ ਬੂਟੇ ਨੇ, ਦਰਖਤ ਨੇ, ਮਿੱਧਦਾ ਫਿਰਦਾ ਪੈਰਾਂ ਦੇ ਨਾਲ, ਆਪਣੇ ਪੈਰਾਂ 'ਚ ਵੀ ਕੰਡੇ ਮਰਾ ਰਿਹਾ, ਕੰਡੇ ਮਿੱਧ ਵੀ ਰਿਹਾ, ਆਪਣਾ ਜਿਹੜਾ ਤਨ ਉੱਤੇ ਪਾਏ ਹੋਏ ਕੱਪੜੇ ਇਹ ਵੀ ਪੜਵਾਉਂਦਾ ਫਿਰਦਾ ਹੈ। ਕਾਹਦੇ ਵਾਸਤੇ ਤੁਰਿਆ ਫਿਰਦਾ ਤੂੰ। ਫਰੀਦਾ ਜੰਗਲ, ਜੰਗਲ ਕਿਆ ਭਾਵੇਂ ਵਣ ਕੰਡਾ ਮੋੜ ਹੈ। ਤੇ ਜਾਂਦਾ ਤੂੰ ਇਸ ਵਾਸਤੇ ਮੈਂ ਰੱਬ ਲੱਭਣ ਚੱਲਿਆ। ਤੇ ਫਰੀਦ ਸਾਹਿਬ ਕਹਿੰਦੇ ਉਹ ਜੰਗਲ 'ਚ ਨਹੀਂ ਬੈਠਾ, ਵਸੇ ਹੀ ਰੱਬ ਹਿਆਲੀ ਹੈ। ਹਿਆਲੀ ਹੈ ਮੈਨੇ ਹਿਰਦਾ, ਜਿਹਨੂੰ ਤੂੰ ਲੱਭਣ ਲਈ ਜੰਗਲ ਵਿੱਚ ਗਿਆ ਉਹ ਤੇ ਤੇਰੇ ਅੰਦਰ ਬੈਠਾ ਹੈ। ਵਸੇ ਹੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡ ਹੈ। ਜੰਗਲ ਵਿੱਚ ਕਾਹਦੇ ਵਾਸਤੇ ਢੂੰਡਦਾ ਫਿਰਦਾ, ਲੱਭਦਾ ਫਿਰਦਾ, ਉਹ ਤੇ ਤੇਰੇ ਅੰਦਰ ਹੈ ਪਰਮਾਤਮਾ। ਇਹ ਹੈ ਸ਼ਬਦ ਦੇ ਅੱਖਰੀ ਅਰਥ। ਹਿੰਦੁਸਤਾਨ ਦੇ ਅੰਦਰ ਇਉਂ ਕਹਿ ਲਓ, ਜਿਹੜੇ ਫਿਰਕੇ ਚੱਲਦੇ ਸਨ, ਉਹਨਾਂ ਫਿਰਕਿਆਂ ਦੇ ਵਿੱਚ ਜ਼ਿਆਦਾਤਰ ਮਤ ਇਹ ਸੀ ਲੋਕਾਂ ਦਾ ਮੰਨਣਾ ਵੀ ਜੇ ਰੱਬ ਨੂੰ ਪਾਉਣਾ ਹੈ ਤੇ ਉਹਦੇ ਵਾਸਤੇ 2-3 ਤਰੀਕੇ ਨੇ। ਇੱਕ ਤਰੀਕਾ ਇਹ ਸੀ ਵੀ ਜਾਂ ਤੇ ਕਿਸੇ ਗੁਫਾ 'ਚ ਬੈਠ ਜਾਓ, ਜਾਂ ਇਹ ਸੀ ਵੀ ਕੋਈ ਠੰਡੀ ਜਗ੍ਹਾ ਜਿੱਥੇ ਬਰਫ਼ ਹੋਵੇ ਉੱਥੇ ਚਲੇ ਜਾਓ। ਤੀਸਰਾ ਸੀ ਵੀ ਕੋਈ ਧੂਣੀ ਤਪਾ ਕੇ ਬੈਠ ਜਾਓ, ਤੇ ਚੌਥਾ ਤਰੀਕਾ ਇਹ ਸੀ ਵੀ ਪੁੱਠੇ ਲਟਕ ਜਾਓ। ਇਹ 4-5 ਤਰੀਕੇ ਸੀ ਹਿੰਦੁਸਤਾਨ ਦੇ ਅੰਦਰ ਰੱਬ ਨੂੰ ਪਾਉਣ ਦੇ, ਜਿਹੜੇ ਲੋਕ ਲੱਭਦੇ ਸੀ ਵੀ ਇੱਦਾਂ ਰੱਬ ਮਿਲ ਜਾਂਦਾ ਹੈ। ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੇਖਣਾ ਸਾਰਾ ਕੁਝ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਜਪਜੀ ਸਾਹਿਬ ਦੇ ਪਾਠ ਜਦੋਂ ਕਰਦੇ ਆ ਤੇ ਪਹਿਲੀ ਪੌੜੀ ਵਿੱਚ ਹੀ ਕਿੰਨੇ ਭਰਮ ਨਿਕਲ ਜਾਂਦੇ ਆ। ਪਹਿਲੀ ਪੌੜੀ ਜਿਹੜੀ ਇੱਕ ਓੰਕਾਰ ਤੋਂ ਨਹੀਂ ਸ਼ੁਰੂ ਹੁੰਦੀ। ਪਹਿਲੀ ਪੌੜੀ ਸ਼ੁਰੂ ਹੁੰਦੀ ਹੈ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਇੱਥੋਂ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ। ਇਸ ਪਹਿਲੀ ਪੌੜੀ ਵਿੱਚ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੇ ਭਰਮ ਕੱਢ ਰਹੇ ਨੇ। ਕਹਿੰਦੇ ਜਿਹੜੇ ਬੰਦੇ ਇਹ ਸੋਚਦੇ ਨੇ ਵੀ ਸੋਚ ਰੱਖਣ ਨਾਲ ਪਵਿੱਤਰਤਾ, ਇੱਥੇ ਸੋਚ ਦਾ ਅਰਥ ਸੋਚਣਾ ਨਹੀਂ ਹੈ, ਪਵਿੱਤਰਤਾ। ਜਿਹੜੇ ਇਹ ਕਹਿੰਦੇ ਸੀ ਵੀ ਇਸ਼ਨਾਨ ਕਰੋ ਰੱਬ ਮਿਲ ਜਾਏਗਾ, ਆਤਮਾ ਸ਼ੁੱਧ ਹੋ ਜਾਏਗੀ, ਮਹਾਰਾਜ ਕਹਿੰਦੇ ਨੇ ਬਾਹਰੀ ਤੌਰ ਤੇ ਤੀਰਥਾਂ ਦਾ ਇਸ਼ਨਾਨ ਅੰਦਰ ਦੀ ਪਵਿੱਤਰਤਾ ਨਹੀਂ ਲਿਆ ਸਕਦਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਲੱਖਾਂ ਤੀਰਥਾਂ ਤੇ ਚਲਿਆ ਜਾਏਗਾ ਤੇ ਅੰਦਰ ਪਵਿੱਤਰ ਨਹੀਂ ਹੋਣਾ। ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਲਗਾਤਾਰ ਸਮਾਧੀ ਲਾ ਕੇ ਕੋਈ ਬੈਠਾ ਰਵੇ ਤੇ ਮਹਾਰਾਜ ਕਹਿੰਦੇ ਇਹਦੇ ਨਾਲ ਅੰਦਰ ਦਾ ਮਨ ਚੁੱਪ ਨਹੀਂ ਕਰਦਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਜੇ ਪਹਾੜਾਂ ਵਰਗੇ ਪਦਾਰਥ ਦੇ ਲਾਗੇ ਰੱਖ ਦਿਓ ਤ੍ਰਿਸ਼ਨਾ ਤਾਂ ਵੀ ਖਤਮ ਨਹੀਂ ਹੁੰਦੀ, ਮਨ ਨਹੀਂ ਫਿਰ ਵੀ ਰੱਜ ਸਕਦਾ। ਤੇ ਮਹਾਰਾਜ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਕਹਿੰਦੇ ਪਵਿੱਤਰਤਾ ਇਸ਼ਨਾਨ ਨਾਲ ਨਹੀਂ, ਇਸੇ ਤਰ੍ਹਾਂ ਮਨ ਚੁੱਪ ਨਹੀਂ ਕਰ ਸਕਦਾ। ਪਦਾਰਥ ਜਿੰਨੇ ਮਰਜ਼ੀ ਦੇ ਦਿਓ, ਤ੍ਰਿਸ਼ਨਾ ਅੰਦਰੋਂ ਮਿਟ ਨਹੀਂ ਸਕਦੀ। ਇਹੋ ਜਿਹੀਆਂ ਹਜ਼ਾਰਾਂ ਸਿਆਣਪਾਂ ਬੰਦੇ ਦੇ ਕੋਲ ਹੋਣ ਜਿਹੜੀਆਂ ਰੱਬ ਨੂੰ ਪਾਉਣ ਲਈ ਇਹ ਜੁਗਤੀਆਂ ਲੱਭਦਾ। ਇੱਥੇ ਸਿਆਣਪ ਦਾ ਅਰਥ ਉਹ ਕਰਾਂਗੇ ਕਿਉਂਕਿ ਪ੍ਰਕਰਨ ਦੇ ਮੁਤਾਬਕ ਸਿਆਣਪ ਦਾ ਅਰਥ ਆ ਗਿਆ ਜਿਹੜੀਆਂ ਉੱਪਰ ਸਿਆਣਪਾਂ ਲਾ ਕੇ ਬੈਠਾ ਨਾ ਵੀ ਐਦਾਂ ਕਰਨਾ ਰੱਬ ਮਿਲ ਜਾਏਗਾ, ਐਵੇਂ ਕਰਨਾ ਰੱਬ ਮਿਲ ਜਾਏਗਾ। ਮਹਾਰਾਜ ਕਹਿੰਦੇ ਇਹੋ ਜਿਹੀਆਂ ਹਜ਼ਾਰਾਂ ਸਿਆਣਪਾਂ ਵੀ ਤੇਰੇ ਕੋਲ ਹੋਣ, ਇੱਕ ਵੀ ਨਾਲ ਨਹੀਂ ਜਾ ਸਕਦੀ। ਫਿਰ ਮਹਾਰਾਜ ਇਹਦੇ ਵਿੱਚ ਭਰਮ ਵੀ ਕੱਢ ਦਿੰਦੇ ਨੇ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਉਹ ਪਾਲ ਕੰਧ ਟੁੱਟ ਕਿਵੇਂ ਸਕਦੀ ਹੈ ਵੀ ਰੱਬ ਮਿਲ ਪਵੇ, ਜਿਹੜੀ ਵਿੱਚ ਦੀਵਾਰ ਬਣੀ ਹੈ। ਤੇ ਮਹਾਰਾਜ ਨੇ ਸੌਖਾ ਜਿਹਾ ਤਰੀਕਾ ਦੱਸਿਆ ਵੀ ਕਿਤੇ ਜਾਣ ਦੀ ਲੋੜ ਨਹੀਂ।
जंगलों 'ਚ फिरन की लोड़ नहीं, पुट्ठे लटकन की लोड़ नहीं, तप करन की लोड़ नहीं, ठंडे पानी 'ਚ बैठन की लोड़ नहीं, कुछ नहीं करन की लोड़। महाराज कहते एक काम कर लो, किव सचियारा होई है, किव कूड़े टुटे पाल हुक्म रजाई चलना, नानक लिखिया नाल। महाराज कहते बस उहदी रजा ते हुक्म नूं समझ लै जे तू रब नूं पाउणा है। इसी जपजी शब्द की पहली ही पौड़ी विच महाराज ने व्याख्या की। हुण जिहड़े आपां नितनेम करदे ने गुरमुख प्यारे उन्हां नूं पता होएगा कि असीं जपजी साहिब तो बाद जाप साहिब ते उस तो बाद सवैये ने, उहनूं सुधा सवैये अमृत सवैये भी आपां कहने 10 सवैये ने। गुरु गोबिंद सिंह महाराज जी दे नितनेम की बाणी च उन्हां 10 सवैयां विचों तिन्नां दा पाठ जिहड़ा ना वो अज दे शब्द की व्याख्या करता है। ਤਿੰਨ ਜਿਹੜੇ ਸਵਈਏ ਨੇ ਉਹਦੇ ਵਿੱਚ, ਪਹਿਲਾ ਸਵਈਆ, 9ਵਾਂ ਤੇ 10ਵਾਂ ਸਵਈਆ ਜਿਹੜਾ ਅੱਜ ਦੇ ਸ਼ਲੋਕ ਦੀ ਵਿਆਖਿਆ ਕਰੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਹੁਣ ਆਪਾਂ ਉਸ ਵਿਆਖਿਆ ਨੂੰ ਕਰ ਰਹੇ ਹਾਂ ਕਿ ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਹੁਣ ਇਹਦੀ ਵਿਆਖਿਆ ਨਾਲ ਆਪਾਂ ਜੁੜ ਰਹੇ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਉਸ ਸਵਈਆਂ ਦੇ ਵਿੱਚ ਜਿਹੜਾ ਪਹਿਲਾ ਹੀ ਸਵਈਆ ਮਹਾਰਾਜ ਨੇ ਸਾਰੇ ਹੀ ਗਿਣ ਦਿੱਤੇ। ਉਹਦੇ ਵਿੱਚ ਸ਼ਰਾਵ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, सूर सुरार्दन शुद्ध सुधातक संत समूह अनेक मती के, सारे देश को देख रहे हो मत को न देखियत प्राणपति के, श्री भगवान की भाए कृपा हूँ ते एक रति बिन एक रत्ती के। इहदा अर्थ थोड़े जे ते नाल लेंदे उचारने दा जिहड़ा अखीर विच मैं पढ़िया ना कि एक रति बिन, अखरां दा जो तुसीं देखोगे समेल इक्को ही है, रारा तत्ते नूं बिहारी है, पर अर्थ विच फर्क पैगा जो उचारण करांगे। ਪਹਿਲਾ ਰਤੀ ਹੋ ਗਿਆ ਪਰਮਾਤਮਾ ਦਾ ਨਾਮ ਪ੍ਰੇਮ ਦੇ ਵਿੱਚ ਭਿੱਜੇ ਨਹੀਂ ਹੋ, ਦੂਸਰੇ ਦਾ ਅਸੀਂ ਅਧਿਕ ਲੱਗ ਕਰਾਂਗੇ ਰੱਤੀ ਕੇ। ਰੱਤੀ ਸਮਝ ਗਏ ਨਾ ਆਪਾਂ ਕਿੰਨੀ ਆਪਾਂ ਕਹਿੰਦੇ ਆ ਤਾਂ ਰੱਤੀ ਚੀਜ਼ ਹੈ, ਰੱਤੀ ਤੋਲਾ ਮਾਸਾ ਜਿਹਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਰੱਤੀ ਜਿੰਨੇ ਨੇ ਉਹ ਤੋਲਾ ਮਾਸਾ ਕੁਝ ਵੀ ਨਹੀਂ ਪੱਲੇ। ਇਹਦੇ ਅਰਥ ਕੀ ਹੋ ਗਿਆ? ਸ਼ਰਾਬ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਮਹਾਰਾਜ ਕਹਿੰਦੇ ਮੈਂ ਜੈਨੀਆਂ ਦੇ ਮਤ ਵੀ ਦੇਖੇ। ਸ਼ਰਾਬ ਦਾ ਮਤਲਬ ਹੈ ਉਹ ਲੋਕ ਜਿਹੜੇ ਆਪਣੇ ਗੁਰੂਆਂ ਤੋਂ ਕੰਨਾਂ ਰਾਹੀਂ ਸ਼ਬਦ ਸੁਣਦੇ ਆ। ਜੈਨੀ ਸਰੇਵੜਿਆਂ ਦਾ ਜ਼ਿਕਰ ਕੀਤਾ, ਇਹਦੇ ਅਰਥ ਜੋ ਵਿਦਵਾਨਾਂ ਨੇ ਕੀਤੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਜੈਨੀ ਸਰੇਵੜੇ ਵੀ ਦੇਖੇ। ਮਹਾਰਾਜ ਨੇ ਇਹਦੇ ਵਿੱਚ ਸ਼ਬਦ ਵਰਤਿਆ ਮੈਂ ਦੇਖੇ ਸਾਰੇ। ਮਹਾਰਾਜ ਕਹਿੰਦੇ ਮੈਂ ਜੈਨੀ ਸਰੇਵੜੇ ਵੀ ਦੇਖੇ, ਮੈਂ ਜੋਗੀ ਵੀ ਦੇਖੇ, ਮੈਂ ਸਿੱਧ ਵੀ ਦੇਖੇ, ਮੈਂ ਤਪੀਸ਼ਰ ਵੀ ਦੇਖੇ, ਮੈਂ ਸਾਰਿਆਂ ਨੂੰ ਢੂੰਡ ਕੇ ਦੇਖ ਲਿਆ ਹੈ। ਇਹਨਾਂ ਦੇ ਨੇੜੇ ਹੋ ਕੇ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਨੂੰ ਇਹਨਾਂ ਵਿੱਚੋਂ ਇੱਕ ਵੀ ਨਹੀਂ ਦਿਸਿਆ ਜਿਹਦੇ ਅੰਦਰ ਪਰਮਾਤਮਾ ਦਾ ਪਿਆਰ ਹੋਵੇ, ਸਿਰਫ ਕਰਮ ਕਾਂਡੀ ਨੇ। ਇੱਕ ਵਾਰ ਮੈਂ ਫਿਰ ਪੜ੍ਹ ਦਿੰਦਾ ਕਿ ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਜੋਗੀਆਂ ਦੇ, ਬ੍ਰਹਮਚਾਰੀਆਂ ਦੇ, ਜਤੀਆਂ ਦੇ, ਸਤੀਆਂ ਦੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਬ੍ਰਹਮਚਾਰੀ ਅਸੀਂ, ਜਤੀ ਆ ਸਤੀ, ਜਿਹੜੇ ਘਰ-ਬਾਰ ਛੱਡ ਕੇ ਤੁਰੇ ਫਿਰਦੇ ਸੀ ਬਾਹਰ, ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸਾਰਿਆਂ ਨੂੰ ਮਿਲਿਆ, ਮੈਂ ਸਾਰਿਆਂ ਨੂੰ ਦੇਖਿਆ ਨੇੜਿਓਂ ਢੂੰਡ ਕੇ ਇਹਨਾਂ ਨੂੰ। ਤੇ ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਮੈਨੂੰ ਕੋਈ ਉਹ ਜਣ ਦੱਸਿਆ ਜਿਹੜਾ ਪਰਮਾਤਮਾ ਵਾਹਿਗੁਰੂ ਨੂੰ ਪ੍ਰੇਮ ਕਰਦਾ ਹੋਵੇ। ਸ਼ਰਾਵ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ शुद्ध सुधादिक संत समूह अनेक मती के, सारे ही देश को देख रहे हो मत। ਇੱਥੇ ਰੁਕਾਂਗੇ ਅਸੀਂ। ਮਤ ਦਾ ਮਤਲਬ ਇਹ ਮਤਾਂ ਮਤਾਂਤਰਾਂ ਨੂੰ ਜਿੰਨੇ ਵੀ ਇੱਥੇ ਸਨ ਹਿੰਦੁਸਤਾਨ ਵਿੱਚ, ਮਹਾਰਾਜ ਕਹਿੰਦੇ ਮੈਂ ਸਾਰੇ ਦੇਖ ਲਏ। ਤੇ ਇਹਨਾਂ ਸਾਰਿਆਂ ਨੂੰ ਦੇਖ ਕੇ ਕੀ ਕੀਤਾ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਪਰਮਾਤਮਾ ਦੀ ਬਖਸ਼ਿਸ਼ ਤੋਂ ਸਾਰੇ ਹੀ ਵਾਂਝੇ ਨੇ। ਏਕ ਰਤੀ ਬਿਨ, ਇੱਕ ਪਰਮਾਤਮਾ ਤੋਂ ਬਿਨਾਂ, ਉਹਦੇ ਪ੍ਰੇਮ ਤੋਂ ਬਿਨਾਂ, ਏਕ ਰੱਤੀ ਕੇ, ਰੱਤੀ ਜਿੰਨੇ ਨੇ ਮਹਾਰਾਜ ਕਹਿੰਦੇ ਇਹਨਾਂ ਦੇ ਇਉਂ ਕਹਿ ਲਓ ਕੁਝ ਵੀ ਪੱਲੇ ਨਹੀਂ ਹੈ। ਇਹ ਸੀ ਪਹਿਲਾ ਸਵਈਆ 10 ਸਵਈਆਂ ਵਿੱਚ। ਹੁਣ ਜੇ ਅਸੀਂ 3 ਸਵਈਏ ਮੈਂ ਲੈਣੇ ਇਹਦੇ ਵਿੱਚੋਂ ਜਿਹੜੇ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਇਹ ਤਿੰਨੇ ਸਵਈਏ ਅੱਜ ਦੇ ਸ਼ਬਦ ਦੀ ਵਿਆਖਿਆ ਕਰ ਰਹੇ ਨੇ। ਦੂਸਰੇ 'ਚ ਜਿਹੜਾ 9ਵਾਂ ਸਵਈਆ ਉਹਦੇ 'ਚ ਮਹਾਰਾਜ ਕਹਿੰਦੇ ਨੇ ਕਿ ਕਹਾਂ ਭਇਓ ਜੋ ਦਊ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ। ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜ ਹੈ। ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਦੋਵੇਂ ਅੱਖਾਂ ਮੀਟ ਕੇ ਬੈਠਾ, ਰੱਬ ਨਹੀਂ ਏਦਾਂ ਮਿਲਦਾ ਹੁੰਦਾ। ਕਹਾਂ ਭਇਓ ਜੋ ਦੋਹੂ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਬਕ ਮੈਨੇ ਬਗਲਾ, ਬੰਗਲੇ ਦੀ ਤਰ੍ਹਾਂ ਧਿਆਨ ਲਾ ਕੇ ਜੇ ਬੈਠਾ ਤੇ ਰੱਬ ਐਵੇਂ ਥੋੜਾ ਮਿਲ ਜਾਏਗਾ। ਕਹਾਂ ਭਇਓ ਜੋ ਦੋਹੂ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ। ਮਹਾਰਾਜ ਕਹਿੰਦੇ ਜੇ 7 ਸਮੁੰਦਰਾਂ ਭਾਵ ਹੋ ਗਿਆ ਸਾਰੇ ਤੀਰਥ, ਜੇ ਉਹਨਾਂ ਦਾ ਇਸ਼ਨਾਨ ਵੀ ਤੂੰ ਕਰ ਰਿਹਾ ਤੇ ਰੱਬ ਮਿਲ ਜਾਏਗਾ। ਕਹਾਂ ਭਇਓ ਜੋ ਦਊ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰ ਲੋ ਗਇਓ ਪਰ ਲੋ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ। ਫਰੀਦਾ ਜੰਗਲ ਜੰਗਲ ਕਿਆ ਭਾਵੇਂ। ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਹੋ ਗਿਆ ਜੰਗਲਾਂ ਵਿੱਚ ਜਾ ਕੇ ਬਹਿ ਗਿਆ ਤੂੰ ਤੇ।
बास कियो बख्यान सो बैठ के ऐसे ही ऐसे सो बैस बतायो। इदां बैठ बैठ के किन्ना समा तू बता दिता है। साच कहो सुन लियो सबे जिन प्रेम कियो तिन ही प्रभ पायो। जिन्हें प्रेम किया रब नूं उन्हें पा लिया। जंगलों में जाण वाले नहीं। अखीरला सवैया किहड़ा है? मैं क्या पहला 9वां ते 10वां। 10वां सवैया सतगुरु गुरु गोबिंद सिंह सच्चे पातशाह महाराज जी कहते ने, देखो धन गुरु गोबिंद सिंह महाराज ने इहदे विच बड़ी प्यारी व्याख्या की है। सतगुरु महाराज जी कहते काहू लै पाहण पूज धरियो, ये अखीरला है 10वां सवैया। काहू लै पाहण पूज धरियो सिर, काहू लै लिंग गरे लटकायो, काहू लख्यो हर अवाची दिशा मह, काहू पिशा को शीश निवायो, को बुतान को पूजत है पस। इत्थे रुकना है। को बुतान को पूजत है पस, को मृतान को पूजन धायो, कूर क्रिया और जो सभी जग, फरीदा जंगल जंगल क्या भावें वन कंडा मोड़े। बाबा फरीद साहब जो कह रहे हैं गुरु गोबिंद सिंह कहते हैं कि कूर क्रिया और जो सब ही जग श्री भगवान को भेद ना पायो। ये अर्थ की ने? महाराज कहते हैं कि कोई बंदा बुत्तां दी पूजा च लगा होया है, कोई गले विच निशानियां लटका के बैठा होया है। सतगुरु महाराज जी कहते कोई पिछां दा मतलब हो गया पश्चिम वाले बन्ने, उधर मत्था टेकी जाता है। कोई चढ़दे वाले बन्ने नूं कहंदा रब इधर है, उधर मत्था टेकी जाता है। महाराज कहते कोई पश्चिम वाले बन्ने मन्नी जाता, कोई पूर्व वाले बन्ने मन्नी जाता है। हो असल च यह रहा भी सारे लोग बुत्तां दीयां पूजा च कर्म कांडा च फसे ने। महाराज कहते ने ये कूड़ ते झूठी पूजा विच लगे हुए ने। कूड़ क्रिया उर्जियो सब ही जग, कूड़ क्रिया मतलब झूठी क्रिया, पखंड केवल कर्म कांड ने। महाराज कहते जिहदे च उलझ के बैठा होया जीव। कूड़ क्रिया उर्जियो सब ही जग, श्री भगवान को भेद ना पायो। ये सी जिहड़े असीं अमृत वेले नितनेम करते हैं तो सवैयां च महाराज ने किरपा की। गुरु ग्रंथ साहिब की बाणी चो देखिए कि जो बाबा फरीद साहब अज कह रहे हैं कि फरीदा जंगल जंगल क्या भावें वन कंडा मोड़ है, वसी ही रब हियाली है जंगल क्या ढूंढ है। गुरु तेग बहादुर महाराज जी की बाणी की आपां जदों विचार की सी, एक शब्द महाराज का इहदे नाल ही संबंधित आया सी। धन गुरु तेग बहादुर सच्चे पातशाह जी का, काहे रे वन खोजण जाई, फरीदा जंगल जंगल क्या भावें वन कंडा मोड़ है। गुरु तेग बहादुर महाराज जी कहते काहे रे वन खोजण जाई, सर्व निवासी सदा अलेपा तो ही संग समाई। पोहप मद ज्यों बास बस्त है, मुकर माहे जैसे शाई, तैसे ही हर बसै निरंतर। घट ही खोजो भाई बाहर भीतर, एको जानो ए गुर ज्ञान बताई। जन नानक बिन आपा चीने मिटे ना भ्रम की काई। गुरु तेग बहादुर महाराज जी भी उही वचन कर रहे हैं जिहड़ा बाबा फरीद साहब कहते जंगलों च की जांदा तू लैण। एक छोटी जी बेनती करदे आ, मैं अगे भी कई बार जिक्र किया भी जिहड़े भगत साहबानां दे जीवन ने ना, तां करके मैं बहुता तर उन्हां दे जीवन पक्ष नूं नहीं विचारदा इत्थे, क्योंकि जीवन पक्ष दे विच बहुत ज़्यादियां कुताहियां कीतियां होईयां ने लिखण वालियां ने। हुण एक गल जिहड़ी इस श्लोक की व्याख्या है, ये बहुत ज़्यादा स्टेजां उत्ते वो लोग सुना रहे ने जिहड़े गुरमत तो अणजाण ने। उहदे च भावें कोई बाबा भी क्यों ना होवे, जिहड़े सही पक्ष गुरमत दा नहीं समझदे, वो इहदी व्याख्या की करते हैं। वो कहते बाबा फरीद साहब गए जंगल च। मैं वो बेनती कर लगा किसी के मन च भुलेखा ना होवे भी भाई साहब ने साखी तो सुनाई नहीं बाबा फरीद साहब वाली जंगल वाली, व्याख्या कर गया। मैं देख आप देखो बाबा फरीद साहब जो कह रहे हैं ये गुरमत का पक्ष देखना, ना कि उन्हों की कहानी कोई गलत उन्होंने जीवन नाल पेश करते सी उथला मन लैनी है। हुण ये कहानी ये जुड़ी है भी बाबा फरीद साहब गए जंगल विच 12 साल लगातार पुट्ठे लटकते रहे। ये गुरमत पक्ष नहीं है। मैं तां कहन लग्या स्टेजां ते सुनाइयां जा रही, हो सकता कोई इसे श्लोक की व्याख्या किसी होर कोलों सुने तो वो जो इहो जी कहानी सुनावेगा तो अपने वाले कहणगे साडे बाबे ने तो सुनाई नहीं। मैं तां कहन लग्या लिखिया उन्होंने जीवन विच जिहड़ियां भगत साहबानां दे जीवन लिखे ने। हुण उत्थे लिखिया भी बाबा फरीद साहब गए 12 साल जंगल विच रहे, पुट्ठे लटकते रहे। उन्होंने गल दे विच एक लक्कड़ पाई सी, जदों भुख लगदी सी चक मार लैंदे सी। वो श्लोक अगे आउणा, आपां उहदी व्याख्या जो करांगे फिर खुल के विचार कर लांगे उहदे ते कि फरीदा रोटी मेरी काठ की लावण मेरी भुख। इहदी जदों व्याख्या इहदे ते भी बड़ा कहानियां लिखियां होईयां ने। आपां जदों इस श्लोक की व्याख्या करांगे उदों उस पक्ष नूं लवांगे आपां कि वो जिहड़ी किहड़ी रोटी है ते किहड़ी गल बाबा फरीद साहब उहदे विच करदे। अज दा सिर्फ अपना प्रकरण ये चलदा पिया कि फरीदा जंगल जंगल क्या भावें वन कंडा मोड़ है, वसी रब हियालीए जंगल क्या ढूंढ है। हुण मैं बेनती कर लग्या कि कहंदे 12 साल गए लटकते रहे उत्थे पुट्ठे जंगल विच,
12 ਸਾਲਾਂ ਬਾਅਦ ਜਦੋਂ ਘਰੇ ਆਏ ਬਾਬਾ ਫਰੀਦ ਸਾਹਿਬ ਜੀ, ਤੇ ਮਾਂ ਨੇ ਪਰਖਣ ਲਈ ਵੇਖਿਆ ਵੀ 12 ਸਾਲ ਲਾ ਕੇ ਆ, ਪੱਲੇ ਕੀ ਪਿਆ ਇਹਦੇ। ਤੇ ਕਹਿੰਦੇ ਨੇ, ਮਾਂ ਨੇ ਕਿਹਾ, ਪੁੱਤ ਇੰਨੇ ਲੰਮਾ ਸਮਾਂ ਲਾ ਕੇ ਆਇਆ ਤੇ ਕੋਈ ਵਿਖਾ ਫਿਰ ਕਿੰਨੀ ਕੁ ਸ਼ਕਤੀ ਮਿਲੀ ਹੈ। ਕਹਿੰਦੇ ਉਹ ਚਿੜੀਆਂ ਸੀ ਸਾਹਮਣੇ ਚੋਗਾ ਚੁਗਦੀਆਂ, ਕਹਿੰਦਾ ਮਰ ਜੋ, ਮਰ ਗਈਆਂ। ਫਿਰ ਕਹਿੰਦਾ ਜਿਹੜੀ ਉਹ ਜੀਪ ਉਹ ਜੀਪੀਆਂ। ਕਹਿੰਦਾ ਵੇਖ ਮਾਂ ਮੇਰੇ ਕੋਲੇ ਸ਼ਕਤੀ। ਮਾਂ ਕਹਿੰਦੀ ਬਸ ਆ ਹੀ ਮਰਨਾ ਜਮਾਉਣੇ ਸਿੱਖ ਕੇ ਆਇਆ। 12 ਸਾਲ ਫਿਰ ਭੇਜ ਦਿੱਤਾ। 12 ਸਾਲ ਕਰਦਿਆਂ ਸਾਰੀ ਜ਼ਿੰਦਗੀ ਜੰਗਲਾਂ 'ਚ ਕੱਢਤੀ ਬਾਬਾ ਫਰੀਦ ਸਾਹਿਬ ਦੀ। ਹੁਣ ਜਦੋਂ ਇਹ ਸ਼ਲੋਕ ਨੂੰ ਮੈਂ ਵੇਖਦਾ ਬਾਰ-ਬਾਰ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਕੀ ਲੈਣ ਚੱਲੇ ਆ ਜੰਗਲ ਵਿੱਚ, ਰੱਬ ਤਾਂ ਇੱਥੇ ਬੈਠਾ ਹੋਇਆ ਹਿਰਦੇ ਵਿੱਚ, ਤੇ ਉਸੇ ਬਾਬੇ ਫਰੀਦ ਸਾਹਿਬ ਨੂੰ ਕਹਿ ਦਈਏ ਵੀ ਪੁੱਠੇ ਲਟਕਦੇ ਰਹੇ ਆ। ਦੱਸੋ ਫਿਰ ਇਨਸਾਫ ਤਾਂ ਨਹੀਂ ਨਾ ਉਹਨਾਂ ਦੀ ਜੀਬ ਬਾਣੀ ਦੇ ਨਾਲ। ਜਿਹੜੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਸਿੱਖਿਆ ਦਿੰਦੇ ਹੋਣ, ਉਹੀ ਬਚਨ ਅਸੀਂ ਗੁਰੂਆਂ ਨਾਲ ਜੋੜ ਦਈਏ ਵੀ ਉਹ ਜਿਹਦੇ 'ਚ ਸਾਨੂੰ ਕਰਮ ਕਾਂਡਾਂ 'ਚੋਂ ਕੱਢਿਆ ਹੋਵੇ, ਤੇ ਉਹੀ ਸ਼ਬਦ ਗੁਰੂਆਂ ਨਾਲ ਜੋੜ ਦਈਏ, ਤੇ ਫਿਰ ਗੁਰਮੁਖੋ ਬੇਇਨਸਾਫੀ ਹੈ ਨਾ। ਬਾਬਾ ਫਰੀਦ ਸਾਹਿਬ ਇਹਦੇ ਵਿੱਚ ਇਹ ਕਹਿ ਰਹੇ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਵੀ ਹੈਗਾ ਹੀ ਹੈ ਨਾ ਕਿ ਕਾਹੇ ਰੇ ਬਨ ਖੋਜਣ ਜਾਈ, ਤੇ ਕੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਕਵਾਂਗੇ ਜੰਗਲਾਂ 'ਚ ਗਏ ਸੀ ਉਹ? ਗੁਰਮੁਖੋ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਹੜੇ ਮਤ ਮਤਾਂਤਰ ਇੱਥੇ ਇਹ ਸਮਝਦੇ ਸੀ ਵੀ ਜੰਗਲ 'ਚ ਜਾ ਕੇ ਰੱਬ ਮਿਲਦਾ ਹੈ, ਉਹ ਕਹਿੰਦੇ ਭਾਈ ਜੰਗਲਾਂ 'ਚ ਨਾ ਜਾ, ਉੱਥੇ ਢੂੰਡ ਨਾ, ਰੱਬ ਇੱਥੇ ਹਿਰਦੇ ਵਿੱਚ ਬੈਠਾ। ਬਾਬਾ ਫਰੀਦ ਸਾਹਿਬ ਦੀ ਜਦੋਂ ਬਾਣੀ ਪੜ੍ਹੋਗੇ ਨਾ, ਬਹੁਤ ਉਹਨਾਂ ਦੇ ਬਚਨ ਆਉਂਦੇ ਜਿਹੜੇ ਅੰਦਰ ਦੀ ਗੱਲ ਹੀ ਬਾਰ-ਬਾਰ ਕਰਦੇ ਹੈ। ਇੱਕ ਬਚਨ ਬਾਬਾ ਫਰੀਦ ਸਾਹਿਬ ਦੇ ਜੋ ਸ਼ਲੋਕਾਂ ਦੀ ਅਖੀਰਲੀ ਤੋਕ ਹੈ ਨਾ, ਜਿੱਥੇ ਉਹ ਜਾ ਕੇ ਸਮਾਪਤੀ ਕਰਦੇ ਹੈ, ਉੱਥੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਦੇਖ ਭਾਈ ਮਨ ਮਾਨਕ ਜਿਹੜਾ ਇਹ ਬੜਾ ਅੰਦਰ ਹਿਰਦਾ ਪਰਮਾਠਾ ਹਨ ਮੂਲ ਮਚਾਮਗਾ ਬਚਾਗਵਾ, ਜੇ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਪਰਮਾਤਮਾ ਨਾਲ ਮਿਲਣ ਦੀ ਤਾਂਗ ਹੈ, ਹਿਆਓ ਨਾ ਠਾਏ ਕਹੀਦਾ, ਹਿਆਓ ਮੈਨੇ ਹਿਰਦਾ। ਬਾਬਾ ਫਰੀਦ ਸਾਹਿਬ ਕਹਿੰਦੇ ਕਦੀ ਕਿਸੇ ਦੇ ਹਿਰਦੇ ਨੂੰ ਚੋਟ ਨਾ ਪਹੁੰਚਾਈ, ਉੱਥੇ ਰੱਬ ਬੈਠਾ ਹੋਇਆ। ਜਿਹੜਾ ਬਾਬਾ ਫਰੀਦ ਸਾਹਿਬ ਕਹਿੰਦਾ ਵੀ ਹਿਰਦੇ 'ਚ ਰੱਬ ਬੈਠਾ, ਚੋਟ ਨਾ ਪਹੁੰਚਾਈ, ਉਹ ਬਾਬਾ ਫਰੀਦ ਸਾਹਿਬ ਜੰਗਲਾਂ ਜਾ ਕੇ ਪੁੱਠੇ ਲਟਕਦੇ ਹੋਣਗੇ? ਗੁਰਮੁਖੋ ਨਹੀਂ। ਗੁਰਮਤ ਇਸ ਗੱਲ ਨੂੰ ਨਹੀਂ ਮੰਨਦੀ। ਮੈਂ ਤਾਂ ਬੇਨਤੀ ਕੀਤੀ ਹੈ ਵੀ ਗੁਰਮੁਖੋ ਇਹ ਕਹਾਣੀ ਜੋੜੀ ਬਾਬਾ ਫਰੀਦ ਸਾਹਿਬ ਦੇ ਜੀਵਨ ਦੇ ਨਾਲ। ਅੱਜ ਦਾ ਉਹਨਾਂ ਦਾ ਸ਼ਲੋਕ ਕਹਿ ਰਿਹਾ ਵੀ ਤੂੰ ਕੀ ਕਰ ਰਿਹਾ ਜੰਗਲ ਵਿੱਚ, ਕਾਹਦੇ ਵਾਸਤੇ ਢੂੰਡਦਾ ਹੈ? ਰੱਬ ਪਰਮਾਤਮਾ ਤੇਰੇ ਹਿਰਦੇ ਵਿੱਚ ਬੈਠਾ ਹੈ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਕੁਝ ਸ਼ਬਦ ਹੋ ਲੈ ਕੇ ਫਿਰ ਆਪਾਂ ਗੁਰਤਾ ਗੱਦੀ ਦਿਵਸ ਵਾਲੇ ਪ੍ਰਕਰਮ ਨੂੰ ਛੇੜਾਂਗੇ। ਪਹਿਲਾਂ ਅਸੀਂ ਸ਼ਲੋਕ ਦੀ ਵਿਆਖਿਆ ਆਪਾਂ ਕਰ ਰਹੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਸਹਿਬਾਨਾਂ ਨੇ ਬੜੀ ਸੋਹਣੀ ਵਿਆਖਿਆ ਕੀਤੀ ਹੈ ਰੱਬ ਨੂੰ ਪਾਉਣ ਲਈ, ਤੇ ਬਾਹਰ ਜਿਹੜੇ ਲੋਕ ਢੂੰਡਦੇ ਸੀ ਉਹਨਾਂ ਨੂੰ ਸਿੱਖਿਆ ਦੇਣ ਲਈ। ਬਚਨ ਬੜਾ ਪਿਆਰਾ ਹੈ ਭਗਤ ਰਾਮਾਨੰਦ ਜੀ ਦਾ। ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਭਗਤ ਜੀ ਕਹਿੰਦੇ, ਕਤ ਜਾਈਏ ਰੇ ਘਰ ਲਾਗੋ ਰੰਗ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜ ਹੈ। ਤੇ ਭਗਤ ਜੀ ਰਾਮਾਨੰਦ ਜੀ ਕੀ ਕਹਿ ਰਹੇ ਨੇ? ਉਹ ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਵੀ ਕਾਹਦੇ ਵਾਸਤੇ ਐਵੇਂ ਭਟਕਦੇ ਫਿਰੀਏ, ਘਰ 'ਚ ਹੀ ਰੰਗ ਲੱਗ ਗਿਆ ਸਾਰਾ। ਰੰਗ ਲੱਗਣ ਦਾ ਮਤਲਬ ਪਿਆਰ ਪਰਮਾਤਮਾ ਨਾਲ ਅੰਦਰੋਂ ਮਿਲ ਗਿਆ ਹੈ। ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਪੰਗ ਮੈਨੇ ਪਿੰਗਲਾ। ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ, ਹੁਣ ਇਹ ਕਿਸੇ ਬੰਨੇ ਤੁਰਦਾ ਹੀ ਨਹੀਂ। ਇਹ ਅੰਦਰ ਸਮਝ ਗਿਆ ਪਰਮਾਤਮਾ ਨੂੰ, ਮੇਰਾ ਮਨ ਹੁਣ ਕਰਮ ਕਾਂਡ ਨਹੀਂ ਕਰਦਾ। ਤੇ ਕੀ ਕਹਿੰਦੇ ਨੇ ਭਗਤ ਜੀ? ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ। ਸਿਰਫ ਇਹਨੂੰ ਸਮਝਾਉਣ ਲਈ ਕਹਿੰਦੇ ਨੇ। ਕਹਿੰਦੇ ਇੱਕ ਦਿਨ ਮੇਰੇ ਮਨ 'ਚ ਆਇਆ ਵੀ ਜੇ ਸਾਰੇ ਲੋਕ ਜੰਗਲਾਂ 'ਚ ਜਾਂਦੇ ਆ, ਸਾਰੇ ਲੋਕ ਪਹਾੜਾਂ ਤੇ ਰਹਿੰਦੇ ਆ, ਬਹੁਤੇ ਲੋਕ ਜਿਹੜੇ ਰੱਬ ਨੂੰ ਪਾਉਣ ਲਈ, ਕੋਈ ਬਰਫ਼ ਦੇ ਵਿੱਚ ਬੈਠਾ ਹੈ, ਕੋਈ ਧੂਣੀ ਤਪਾ ਕੇ ਬੈਠਾ, ਕੋਈ ਠਾਕੁਰ ਦੁਆਰਿਆਂ ਦੀ ਪੂਜਾ ਕਰਦਾ। ਰਾਮਾਨੰਦ ਜੀ ਕਹਿੰਦੇ ਮੇਰੇ ਮਨ 'ਚ ਵੀ ਆਇਆ ਵੀ ਮੈਂ ਵੀ ਜਾਵਾਂ। ਸਿਰਫ ਸਮਝਾਉਣ ਵਾਸਤੇ ਕਹਿ ਰਹੇ ਨੇ ਉਹ। ਕਹਿੰਦੇ ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮੇਰੇ ਮਨ 'ਚ ਵੀ ਉੱਠਿਆ ਵੀ ਤੂੰ ਵੀ ਚੱਲ ਮਨਾ। ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੁਆ ਬਹੁ ਸੁਗੰਧ। ਮੈਂ ਵੀ ਲੋਕਾਂ ਵਾਂਗੂ ਸਾਰੀਆਂ ਚੀਜ਼ਾਂ ਹੱਥ 'ਚ ਫੜ ਲਈਆਂ, ਸੁਗੰਧੀਆਂ ਲੈ ਲਈਆਂ, ਫੁੱਲ ਲੈ ਲਿਆ, ਦੁੱਧ ਲੈ ਲਿਆ, ਉਹ ਸਾਰੀਆਂ 'ਚ ਗਏ ਨਹੀਂ। ਸਿਰਫ ਸਾਨੂੰ ਗੁਰਬਾਣੀ 'ਚ ਬਹੁਤ ਸ਼ਬਦ ਇਹੋ ਜਿਹੇ ਹੁੰਦੇ ਹੈ ਜਿਹੜੇ ਸਮਝਾਉਣ ਵਾਸਤੇ ਉਹਦੀ ਭੂਮਿਕਾ ਸਿਰਫ ਉਹ ਬੰਦੇ ਨੇ ਭਗਤ ਸਾਹਿਬਾਨ। ਉਹ ਕਰਮ ਕਰ ਨਹੀਂ ਰਹੇ ਹੁੰਦੇ ਵੀ ਕਰ ਰਹੇ ਨਹੀਂ, ਉਤਰਾ ਕਰ ਨਹੀਂ ਰਹੇ। ਸਿਰਫ ਸਮਝਾਉਣ ਦਾ ਤਰੀਕਾ ਹੁੰਦਾ ਆਪਣਾ ਆਪਣਾ, ਇੱਕ ਸਮਝਾਉਣ ਦਾ ਢੰਗ ਹੈ। ਕਹਿੰਦੇ ਇੱਕ ਦਿਨ ਮਨ 'ਚ ਮੰਗ ਆਈ ਵੀ ਤੂੰ ਵੀ ਇਸ ਤਰ੍ਹਾਂ ਕਰ, ਫਿਰ ਮੈਂ ਉਹ ਸਾਰੀਆਂ ਚੀਜ਼ਾਂ ਲੈ ਲਈਆਂ। ਇੱਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਣ ਚਾਲੀ ਬ੍ਰਹਮ ਠਾਏ। ਮੈਂ ਚੱਲਿਆ ਰੱਬ ਨੂੰ ਲੱਭਣ ਲਈ, ਬ੍ਰਹਮ ਠਾਏ, ਬ੍ਰਹਮ ਪਰਮਾਤਮਾ ਨੂੰ ਲੱਭਣ ਚੱਲਿਆ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਬਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੈ ਹੈ। ਕਹਿੰਦੇ ਰੱਬ ਨੇ ਬਤਾਤਾ ਵੀ ਅੰਦਰ ਹੀ ਬੈਠਾ ਹੋਇਆ ਹੈ। ਭਗਤ ਰਾਮਾਨੰਦ ਜੀ ਦਾ ਸ਼ਬਦ ਹੈ। ਕਹਿੰਦੇ ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ,
पूजन चाली ब्रह्म ठाए सो ब्रह्म बतायो गुर मन ही माए जहां जाऊं तै जल पखान। हुण मैं जिथे भी जाके वेखदा जल है पखान मैंने पत्थर, तू पूर रहे हो है सब समान, तू तो सारियां विच ही बैठा होया है, इस करके कहंदे मैनूं तैनूं लभण दी लोड़ किते जा क्यों है, तू पूर रहे हो है सब समान। वेद पुराण सब देखे जोए, जोए मैंने खोज के वेख ले, मैं तो सारे धार्मिक ग्रंथ खोज के वेख ले, रामानंद भगत जी कह रहे ने, मैं सारियां नूं ग्रंथां नूं खोज के देखिया ते की क्या उन्हां ग्रंथां ने, ऊहां तो जाइए जो इहां ना होए। ਉਹ ਮੈਨੂੰ ਕਹਿੰਦੇ ਨੇ ਰਾਮਾਨੰਦ ਸਾਨੂੰ ਜੰਗਲ 'ਚ ਤਾਂ ਲੱਭਣ ਜਾ ਜੇ ਅਸੀਂ ਇੱਥੇ ਨਾ ਹੋਈਏ ਤਾਂ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਵਿਕਲ ਭਰਮ ਕਾਟੇ ਮੋਰ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ ਜਿਨੇ ਸਾਰੇ ਮੇਰੇ ਭਰਮ ਕੱਢ ਕੇ ਬਾਹਰ ਰੱਖ ਦਿੱਤੇ। ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਇਹ ਸੀ ਭਗਤ ਰਾਮਾਨੰਦ ਜੀ ਦਾ ਸ਼ਬਦ। ਇੱਕ ਅਸੀਂ ਹੋਰ ਲੈ ਲਈਏ ਭਗਤ ਸਾਹਿਬਾਨਾਂ ਦੇ ਵਿੱਚੋਂ ਬਾਣੀ ਚੋਂ ਹੀ, ਉਹ ਹੈ ਭਗਤ ਪੀਪਾ ਜੀ ਦਾ ਸ਼ਬਦ। अपनी सुरत च यह टिका के रखियो भी आप व्याख्या कर रहे हैं कि जंगल जंगल क्या भावें वन कंडा मोड़ है, बसी रब हियालीए जंगल क्या ढूंढै, कादे वास्ते रब नूं बाहर लभदा फिरदा तेरे हिरदे च बैठा। ये अपना प्रकरण है अज की कथा का। भगत पीपा जी की कह रहे हैं, कहते कायों देवा कायों देवल कायों जंगम जाति, कायों धूप दीप नहीं बेदा कायों पूजो पाती, काया बहु खंड खोजते नवनिद पाई, ना कश आएबो ना कश जाएबो राम की दुहाई, जो ब्रह्मंडे सोई पिंडे जो खोजै सो पावै, पीपा परणवै परम तत है सतगुरु होए लखावे। ये अर्थ हो गए। भगत पीपा जी कहते कायों देवा कायों देवल, मैं काया नूं ही देवता बना लिया, देवल देवालिया जेड़ा मंदिर है। गुरमुखो भगत पीपा जी ने कमाल ही कर दी, कहते मैं अपना घर ही गुरुद्वारा बना लिया। सौखी व्याख्या कर लवां, देवल का मतलब दिवालिया मंदिर जिन्होंने असीं कहने जिथे रब की लोग पूजा करन जाते हैं। वैसे मस्कीन जी कहते होंगे है, वो कहते भी रब की पूजा तो घट माया की पूजा ही करन जाते हैं, रब नूं कौन लभण जांदा उत्थे। आपां आउणे आ 2 मिनट बैठे एक शब्द सुनिया पकौड़े खा के आए होंगे, हालांकि आपां रोटी की एडी छेती लोड़ नहीं पैंदी, पर फिर भी सोचते भी चलो उत्थे जाके नाले गप्पा शप्पा मारते बाहर कुर्सियां ते बह के बाबियां ने ते हर वारी उही गल्लां हुंदियां बाबियां दी, इन्हां ने ते किहड़ा बदलना कोई, इहो कहणगे गुरद्वारे आया करो बाणी पढ़िया करो चंगे कर्म करो, यही गल्लां करनियां बाबे, होर किहड़ी कोई नवीं गल कर देनी है। ते गुरु ग्रंथ साहब दे विच सारा कुछ लिखिया ही यही है। वो गुरमुखो बार 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 क्यों क्या महाराज ने, इस करके क्या जदों आपां किसी नूं गल समझाईए आपां कहने 36 वार क्या तैनूं लगदी नहीं, मैं सीधे पंजाबी दे शब्द वरत रहा। गुरु ग्रंथ साहब दा कोई शब्द लै लो, हर एक शब्द विच महाराज कहंदे नाम जप होए, महाराज कहंदे परमेश्वर वाहिगुरू नूं ਉਹਨੂੰ याद कर, तेनों इन्ना कुछ परमात्मा दिता है, चंगे कर्म कर ला, यही गल बाणी। ते 1430 पन्ने क्यों लिखण दी लोड़ पई, एक शब्द ने कह सकते सी, गल तो इन्नी कहनी सी ना। 1430 पन्ने 3 दिन लगातार अखंड पाठ करिए ना, तो लगातार 3 दिन लगते हैं, दिन रात निरंतर करिए ते महाराज एक शब्द ही लिख जाते भी ठीक है बाणी पढ़ो नाम जपो, बस इन्नी गल ना सर जाना सी। ये तां क्या बार बार तां क्या बार बार गुरमुखो, इस करके ਅਸੀਂ ਭੁੱਲਦੇ ਬਹੁਤ ਛੇਤੀ ਆ ਨਾ, ਬਹੁਤ ਛੇਤੀ ਭੁੱਲ ਜਾਂਦੇ, ਇੱਥੇ ਸੁਣਿਆ ਉੱਥੇ ਜਾ ਕੇ ਫਿਰ ਭੁੱਲ ਜਾਂਦੇ ਆ। ਮਹਾਰਾਜ ਤਾਂ ਬਾਰ-ਬਾਰ ਚੇਤਾ ਕਰਾਉਂਦੇ, ਬਾਰ-ਬਾਰ ਚੇਤਾ ਕਰਾਉਂਦੇ ਆ ਕਿ ਗੁਰਮੁਖੋ ਇਹ ਜੀਵਨ ਮਿਲਿਆ, ਇਹ ਵਿਅਰਥ ਇੰਜਾਈ ਨਾ ਚਲਿਆ ਜਾਵੇ, ਕੁਝ ਨਾ ਕੁਝ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਖੱਟ ਕੇ ਲੈ ਜਾਈਏ, ਪਤਾ ਨਹੀਂ ਦੁਬਾਰਾ ਆਉਣਾ ਕਿ ਨਹੀਂ ਆਉਣਾ, ਤੇ ਵਾਹਿਗੁਰੂ ਜਾਣਦਾ ਪਰਮੇਸ਼ਰ। ਖੈਰ ਮੈਂ ਜਿਹੜੀ ਬੇਨਤੀ ਕਰਦੇ ਆ ਕਿ ਭਗਤ ਜੀ ਕਹਿੰਦੇ ਮੈਂ ਇਹਨੂੰ ਦੇਵਤਾ ਬਣਾ ਲਿਆ, ਇਹਨੂੰ ਦਿਵਾਲਿਆ ਬਣਾ ਲਿਆ, ਮੰਦਰ ਸਥਾਨ ਬਣਾ ਲਿਆ ਮੈਂ ਆਪਣੇ ਹਿਰਦੇ ਨੂੰ, ਇਹਦੇ ਵਿੱਚ ਮੈਂ ਢੂੰਡ ਕੇ ਵੇਖਿਆ ਰੱਬ ਇੱਥੇ ਬੈਠਾ ਸੀ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਪੀਪਾ ਪਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੇ। ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ, ਮਹਾਰਾਜ ਕਹਿੰਦੇ ਨੇ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ बहुत दुख पावे फरीदा जंगल जंगल क्या भावें वन कंडा मोड़ है, बाहर ढूंढत बहुत दुख पावे, घर अमृत घट माही जियो। मारे कहते ने घर ही माहे अमृत भरपूर है, मन मुखा साध न पाया, ज्यों कस्तूरी मिर्ग न जाने भरम दा भरम भुलाया, सब किश घर मैं बाहर नाही बाहर टोलै, सो भरम भुलाई गुर प्रसाद जिनी अंतर पाया, सो अंतर बार सुहेला जियो। प्रमाण से जिन्ने मर्जी गुरु ग्रंथ साहब चों दे लिए, बेअंत मिल जाणगे आपां नूं।
ਜੋ ਬਾਬਾ ਫਰੀਦ ਸਾਹਿਬ ਅੱਜ ਕਹਿ ਰਹੇ ਨੇ, ਇੱਕ ਸ਼ਬਦ ਲੈ ਕੇ ਫਿਰ ਆਪਾਂ ਅਗਲੀ ਵਿਆਖਿਆ ਨਾਲ ਜੁੜਦੇ ਹਾਂ ਕਿ ਗੁਰਤਾ ਗੱਦੀ ਦਿਵਸ। ਉਹ ਸ਼ਬਦ ਦੇ ਵਿੱਚ ਵੀ ਮਹਾਰਾਜ ਨੇ ਸਾਰੀ ਵਿਆਖਿਆ ਇੱਕੇ ਸ਼ਬਦ ਵਿੱਚ ਕਰ ਦਿੱਤੀ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇੱਕ ਵਣਖੰਡ ਬੈਸੈ ਜਾਹੇ ਸੱਧ ਨ ਦੇਵਹੀ। ਇਸ ਸ਼ਬਦ ਦੇ ਨਾਲ ਹੀ ਮੈਂ ਅੱਜ ਦੇ ਸ਼ਲੋਕ ਦੀ ਵਿਆਖਿਆ ਸਮਾਪਤ ਕਰਨੀ ਹੈ। ਇੱਕ ਵਣਖੰਡ ਬੈਸੈ ਜਾਹੇ ਸੱਧ ਨ ਦੇਵਹੀ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜ ਹੈ। ਸਤਿਗੁਰੂ ਕਹਿੰਦੇ ਇੱਕ ਵਣਖੰਡ ਬੈਸੈ ਜਾਏ, ਇੱਕ ਉਹ ਜਿਹੜੇ ਜੰਗਲਾਂ ਜਾ ਕੇ ਬਹਿ ਗਏ, ਸੱਧ ਨਾ ਦੇਵਹੀ। ਸੱਧ ਮੈਨੇ ਆਵਾਜ਼, ਉਹ ਬੋਲਦੇ ਹੀ ਨਹੀਂ, ਗੱਲ ਹੀ ਨਹੀਂ ਕਰਦੇ, ਆਵਾਜ਼ ਹੀ ਨਹੀਂ ਸੁਣਦੇ। ਮਾਰੇ ਕਹਿੰਦੇ ਇੱਕ ਵਣਖੰਡ ਬੈਸੈ ਜਾਏ ਸੱਧ ਨਾ ਦੇਵਹੀ, ਇੱਕ ਪਾਲਾ ਕੱਕਰ ਭੰਨ ਸ਼ੀਤਲ ਜਲ ਹੈ ਵਹੀ। ਪਾਲਾ ਕੱਕਰ ਬਰਫ਼ ਦੇ ਵਿੱਚ ਬੈਠੇ ਹੋਏ ਨੇ। ਇਹ ਪੌੜੀ ਜਿਹੜੀ ਹੈ ਨਾ, ਜਿਹੜੀ ਮੈਂ ਪੜ੍ਹਨ ਲੱਗਿਆ ਹੁਣ, ਇਸ ਪੌੜੀ ਵਿੱਚ ਮਹਾਰਾਜ ਨੇ ਸਾਰੇ ਗਿਣ ਦਿੱਤੇ। ਇੱਕ ਵਣਖੰਡ ਬੈਸੈ ਜਾਏ ਸੱਧ ਨਾ ਦੇਵਹੀ, ਇੱਕ ਪਾਲਾ ਕੱਕਰ ਭੰਨ ਸ਼ੀਤਲ ਜਲ ਹੈ ਵਹੀ, ਇੱਕ ਭਸਮ ਚੜਾਵੇਂ ਅੰਗ ਮੈਲ ਨਾ ਧੋਵਹੀ। ਇੱਕ ਭਸਮੀ ਲਗਾ ਕੇ ਬੈਠੇ ਸਾਰੇ ਸਰੀਰ ਉੱਤੇ, ਮਾਰ ਕੇ ਧੋਂਦੇ ਹੀ ਨਹੀਂ ਆਪਣੇ ਆਪ ਨੂੰ। ਇੱਕ ਭਸਮ ਚੜਾਵੇਂ ਅੰਗ ਮੈਲ ਨਾ ਧੋਵੇ, ਇੱਕ ਜਟਾ ਬਿਕਟ ਬਿਕਰਾਲ ਕੁੱਲ ਘਰ ਖੋਵਈ। ਇੱਕ ਜਟਾ ਵਧਾ ਕੇ ਬੈਠੇ ਨੇ, ਉਹ ਆਪਣਾ ਘਰ ਪਰਿਵਾਰ ਟੱਬਰ ਹੀ ਛੱਡੀ ਬੈਠੇ ਨੇ। ਮਹਾਰਾਜ ਕਹਿੰਦੇ ਇੱਕ ਨਗਨ ਫਿਰੈ ਦਿਨ ਰਾਤ, ਇਹ ਕੋਈ ਜਿਹੜੇ ਬਸਤਰ ਹੀ ਨਹੀਂ ਪਹਿਨਦੇ, ਨੀਂਦ ਨਾ ਸੌ ਬਈ, ਉਹ ਸੌਂਦੇ ਨੇ, ਦਿਨ ਰਾਤ ਤੁਰੇ ਫਿਰਦੇ ਨੇ। ਮੈਂ ਜਦੋਂ ਪੌੜੀ ਨੂੰ ਦੇਖਿਆ, ਮੈਂ ਕਿਹਾ ਮਹਾਰਾਜ ਨੇ ਤੇ ਕਿਰਪਾ ਕਰਕੇ ਇੱਕੇ ਪੌੜੀ ਵਿੱਚ ਸਾਰੀ ਵਿਆਖਿਆ ਕਰ ਦਿੱਤੀ। ਇੱਕ ਵਣਖੰਡ ਬੈਸੈ ਜਾਏ ਸੱਧ ਨਾ ਦੇਵਹੀ, ਇੱਕ ਪਾਲਾ ਕੱਕਰ ਭੰਨ ਸ਼ੀਤਲ ਜਲ ਹੈ ਵਹੀ, ਇੱਕ ਅਗਨ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਧੋਵਹੀ, ਇੱਕ ਜਟਾ ਬਿਕਟ ਬਿਕਰਾਲ ਕੁੱਲ ਘਰ ਖੋਵਹੀ, ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋਵਹੀ। ਤੇ ਮਹਾਰਾਜ ਕਹਿੰਦੇ ਇੱਕ ਅਗਨ ਜਲਾਵੇਂ ਅੰਗ ਆਪ ਵਿਗੋਵਹੀ। ਤੇ ਸਮਾਪਤੀ ਕਿੱਥੇ ਕਰਦੇ ਨੇ ਸਤਿਗੁਰੂ ਕਹਿੰਦੇ, ਬਿਨ ਨਾਮੈ ਤਨ ਸ਼ਾਰ। ਇਹ ਸਰੀਰ ਗਵਾਲਿਆ ਬੰਦੇ ਨੇ ਆਪਣਾ, ਬਿਨ ਨਾਮੈ ਤਨ ਸ਼ਾਰ ਕਿਆ ਕਹਿ ਰੋਵਈ। ਮਹਾਰਾਜ ਕਹਿੰਦੇ ਹੁਣ ਰੋਣ ਦਾ ਕੀ ਫਾਇਦਾ, ਸਾਰੀ ਜ਼ਿੰਦਗੀ ਜੰਗਲਾਂ 'ਚ ਇੱਧਰ ਭੜਕ ਕੇ ਗਵਾ ਲਈ ਹੈ, ਕੀ ਫਾਇਦਾ ਹੁਣ ਰੋਣ ਦਾ। ਅਖੀਰਲੀ ਤੁਕ 'ਚ ਮਹਾਰਾਜ ਕਹਿੰਦੇ, ਸੋਹਣ ਖਸਮ ਦਵਾਰ। ਪਰਮਾਤਮਾ ਦੇ ਦਰਬਾਰ 'ਚ ਕੌਣ ਸ਼ੋਭਾ ਪਾਉਂਦੇ ਨੇ? ਸੋਹਣ ਖਸਮ ਦਵਾਰ। ਜੇ ਸਤਿਗੁਰ ਸੇਵਈ, ਜਿਨ੍ਹਾਂ ਸਤਿਗੁਰੂ ਨੂੰ ਯਾਦ ਕੀਤਾ, ਸਿਮਰਿਆ ਪਰਮੇਸ਼ਰ ਨੂੰ, ਮਹਾਰਾਜ ਕਹਿੰਦੇ ਉਹ ਪ੍ਰਭੂ ਦੇ ਦਰਬਾਰ ਵਿੱਚ ਸ਼ੋਭਾ ਪਾ ਗਏ। ਅੱਜ ਦੇ ਸ਼ਲੋਕ ਦੀ ਵਿਆਖਿਆ ਹੈ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡ ਹੈ। ਜੰਗਲਾਂ ਵਿੱਚ ਕਾਹਦੇ ਵਾਸਤੇ ਭਟਕਦਾ ਫਿਰਦਾ? ਰੱਬ ਪਰਮਾਤਮਾ ਤੇਰੇ ਹਿਰਦੇ ਵਿੱਚ ਹੈ, ਇੱਥੇ ਢੂੰਡ ਕਰ, ਅੰਦਰ ਦੀ ਭਾਲ ਕਰ। ਬਾਹਰ ਤੈਨੂੰ ਪਰਮਾਤਮਾ ਨੇ ਨਹੀਂ ਮਿਲਣਾ, ਨਾ ਉਹ ਬਾਹਰ ਬੈਠਾ ਹੋਇਆ। ਅੰਦਰ ਹਿਰਦੇ ਦੀ ਖੋਜ ਕਰ, ਅੰਦਰਲੇ ਹਿਰਦੇ ਤੇ ਉਹ ਬੈਠਾ ਹੋਇਆ ਹੈ, ਉੱਥੇ ਭਾਲੇਗਾ ਤੈਨੂੰ ਮਿਲ ਜਾਏਗਾ। ਅੱਜ ਦੇ ਸ਼ਲੋਕ ਦੀ ਇਹ ਵਿਆਖਿਆ। ਹੁਣ ਜਿਹੜਾ ਅੱਜ ਦਾ